दिल्ली सिख गुरुद्वारा प्रबंधक कमेटी धर्म प्रचार कमेटी और होर सहयोगी संस्थावां वालों बच्चों नूं गर्मी ਦੀਆਂ छुट्टियां दौरान गुरमत सिखलाई देने ਲਈ दिल्ली के तकरीबन 70 इतिहासिक गुरुद्वारा और सिंह सभावां विच 5 जून तो 25 जून तक गुरमत ट्रेनिंग कैंप लगाए जाणगे। दिल्ली सिख गुरुद्वारा प्रबंधक कमेटी की धर्म प्रचार कमेटी के चेयरमैन जसप्रीत सिंह करमसर ने इस संबंधी जानकारी देने ਲਈ प्रेस कॉन्फ्रेंस की है। इस मौके गुरुद्वारा बाला साहब के हेड ग्रंथी भाई सुखविंदर सिंह भी उन्हां दे नाल मौजूद रहे। इस मौके करमसर ने गुरमत कैंप बारे होर जानकारी साझी की। उन्होंने कहा कि बच्चों को गुरमत मर्यादा सिखाने लिए धर्म प्रचार कमेटी वालों 3 किताबां जारी की गई ने। उन्होंने बच्चों को अपील की कि वह इन्हां गुरमत कैंपों का वध तो वध लाहा लैण। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਗੁਰਮਤ ਕੈਂਪ ਦਿੱਲੀ ਦੇ ਵਿੱਚ ਲਗਾਏ ਜਾਂਦੇ ਨੇ, ਪਿਛਲੇ ਸਾਲ ਤੋਂ ਜੋ ਸ਼ੁਰੂ ਕੀਤੇ ਗਏ ਸੀ, ਉਸ ਦੀ ਕਵਰੇਜ ਵਾਸਤੇ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਇਨਵਾਈਟ ਕੀਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਬੜੇ ਸ਼ਾਰਟ ਨੋਟਿਸ ਤੇ ਇਹਨੂੰ ਕਵਰ ਕਰਨ ਵਾਸਤੇ ਆਏ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਮੇਨ ਮੁੱਢਲਾ ਸਿਧਾਂਤ ਹੈ, ਆਪਣੇ ਧਰਮ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਘਰ-ਘਰ ਤੱਕ ਲੈ ਕੇ ਜਾਣਾ, ਜੋ ਸਾਨੂੰ ਗੁਰੂ ਸਾਹਿਬਾਨ ਨੇ ਵੀ ਸਾਡੀ ਡਿਊਟੀ ਲਗਾਈ ਸੀ। ਗੁਰੂ ਸਾਹਿਬਾਂ ਨੇ ਆਖਿਆ ਸੀ ਗੁਰਬਾਣੀ ਹੀ ਹੈ ਜੋ ਗਿਆਨ ਦਾ ਅਸਲ ਸੋਮਾ ਹੈ, ਤੇ ਗੁਰਬਾਣੀ ਨੂੰ ਪੜ੍ਹਨ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰਮੁਖੀ ਆਉਣੀ ਬਹੁਤ ਜ਼ਰੂਰੀ ਹੈ। ਗੁਰਮੁਖੀ ਸਿੱਖਣ ਵਾਸਤੇ ਜੋ ਦਾ ਪਹਿਲਾ ਮੁੱਢਲਾ ਕਦਮ ਮੁੱਢਲਾ ਪਹਿਲਾ ਸਟੈਪ ਹੈ, ਉਹ ਹੈ ਊੜੇ ਤੋਂ ਸ਼ੁਰੂ ਹੁੰਦਾ। ਤੇ ਊੜਾ ਐੜਾ ਜਿਹੜੇ ਪੜ੍ਹਦੇ ਨੇ, ਗੁਰਮੁਖੀ ਪੜ੍ਹਦੇ ਨੇ, ਉਹੀ ਕੇਵਲ ਗੁਰਬਾਣੀ ਨੂੰ ਪੜ੍ਹ ਸਕਣਗੇ। ਇਸ ਕਰਕੇ ਗੁਰਮਤ ਕੈਂਪਾਂ ਦੀ ਤਿਆਰੀ ਕੀਤੀ ਗਈ ਤਾਂ ਕਿ ਪੰਜਾਬੀ ਗੁਰਮੁਖੀ ਜਦੋਂ ਆਪਾਂ ਸਿੱਖਾਂਗੇ ਗੁਰਮਤ ਕੈਂਪਾਂ ਦੇ ਵਿੱਚ, ਉਹਦੇ ਨਾਲ ਅਸੀਂ ਫਿਰ ਗੁਰਬਾਣੀ ਪੜ੍ਹਨੀ ਸਿੱਖਾਂਗੇ। ਜਦੋਂ ਗੁਰਬਾਣੀ ਪੜ੍ਹਨੀ ਸਿੱਖਾਂਗੇ ਤੇ ਗੁਰਬਾਣੀ ਸਾਨੂੰ ਸਮਝ ਆਏਗੀ। ਜਦੋਂ ਗੁਰਬਾਣੀ ਸਮਝ ਆਏਗੀ ਫਿਰ ਸਾਡੇ ਹਿਰਦਿਆਂ 'ਤੇ ਉਹ ਅਸਰ ਕਰੇਗੀ, ਸਾਡੇ ਜੀਵਨ ਵਿੱਚ ਬਦਲਾਅ ਆਵੇਗਾ। ਗੁਰਬਾਣੀ ਇੱਕ ਐਸਾ ਲਾਈਫ ਸਟਾਈਲ ਹੈ ਜਿਹਦੇ 'ਚੋਂ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਗੁਰਮਤ ਦੇ ਦਾਇਰੇ ਵਿੱਚ ਔਰ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਸ ਜੀਵਨ ਨੂੰ, ਜ਼ਿੰਦਗੀ ਨੂੰ ਜਿੱਤ ਕੇ ਇਸ ਸੰਸਾਰ ਤੋਂ ਜਾ ਸਕਦੇ ਹਾਂ। ਗੁਰਬਾਣੀ ਨੂੰ ਸਮਝਣ ਵਾਸਤੇ ਗੁਰਮਤ ਕੈਂਪ ਲਗਾਏ ਗਏ ਨੇ। ਇਸ ਗੁਰਮਤ ਕੈਂਪਾਂ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ, ਕੋਈ ਵੀ ਬੱਚਾ ਤੇ ਕੋਈ ਵੀ ਕਿਸੇ ਵੀ ਵੱਡੀ ਉਮਰ ਦਾ ਇਸ ਕੈਂਪਾਂ ਦੇ ਵਿੱਚ ਆ ਕੇ ਇਹ ਸਿੱਖਿਆ ਲੈ ਸਕਦਾ ਹੈ, ਵਿਦਿਆ ਲੈ ਸਕਦਾ ਹੈ। ਗੁਰੂ ਸਾਹਿਬਾਂ ਨੇ ਵੀ ਸਾਨੂੰ ਆਖਿਆ ਸੀ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਵੋ। ਅੱਜ ਦੇ ਐਜੂਕੇਸ਼ਨ ਦੇ ਟਾਈਮ ਦੇ ਵਿੱਚ ਜਿੱਥੇ ਆਪਾਂ ਹਾਈਲੀ ਐਜੂਕੇਸ਼ਨ ਦੇ ਵਿੱਚ ਜਾਂਦੇ ਹਾਂ, ਹਾਇਰ ਐਜੂਕੇਸ਼ਨ ਵਾਸਤੇ ਅਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਜਾਂਦੇ ਹਾਂ, ਅਤੇ ਗੁਰੂ ਸਾਹਿਬ ਵੀ ਆਪਣੇ ਸਿੱਖਾਂ ਨੂੰ ਗਿਆਨ ਤੋਂ ਕਿੱਦਾਂ ਵਾਂਝਾ ਰੱਖ ਸਕਦੇ ਸੀ। ਉਹਨਾਂ ਨੇ ਸਾਨੂੰ ਗੁਰਬਾਣੀ ਦਾ ਗਿਆਨ, ਗੁਰਬਾਣੀ ਦਾ ਸਿਧਾਂਤ ਦਿੱਤਾ, ਗੁਰਮਤ ਦਾ ਸਿਧਾਂਤ ਦਿੱਤਾ, ਜਿਸ ਨੂੰ ਸਮਝਣ ਦੇ ਵਾਸਤੇ ਆਪਾਂ ਇਹ ਗੁਰਮਤ ਕੈਂਪ ਲਗਾਏ ਗਏ ਨੇ। ਪਿਛਲੇ ਸਮੇਂ ਦੇ ਵਿੱਚ ਦੇਖਣ ਵਿੱਚ ਆਉਂਦਾ ਸੀ ਕਿ ਕਾਫੀ ਵੱਡੀ ਉਮਰਾਂ ਦੇ ਸਿੱਖਾਂ ਨੂੰ 50-50 ਸਾਲ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹੋ ਗਏ, ਮਗਰ ਉਹਨਾਂ ਨੂੰ ਊੜੇ ਆੜੇ ਦਾ ਗਿਆਨ ਹਜੇ ਤੱਕ ਨਹੀਂ ਸੀ। ਉਹਨਾਂ ਨੂੰ 5 ਪਿਆਰੇ ਦੇ ਨਾਂ ਤੱਕ ਨਹੀਂ ਸੀ ਆਉਂਦੇ, 4 ਸਾਹਿਬਜ਼ਾਦਿਆਂ ਦੇ ਨਾਂ ਤੱਕ ਨਹੀਂ ਸੀ ਆਉਂਦੇ। ਇਸ ਘਾਟ ਨੂੰ ਦੂਰ ਕਰਨ ਵਾਸਤੇ ਅਸੀਂ ਇਹ ਪ੍ਰਣ ਕੀਤਾ ਹੈ ਕਿ ਆਪਾਂ ਜਿੰਨੇ ਵੀ ਸਾਡੇ ਬੱਚੇ ਨੇ, ਆਪਾਂ ਉਹਨਾਂ ਨੂੰ ਸਿਖਾ ਸਕੀਏ। ਅਗਰ ਬੱਚਿਆਂ ਦੀਆਂ ਨੀਹਾਂ ਹੁਣੇ ਆਪਾਂ ਮਜ਼ਬੂਤ ਕਰ ਦਈਏ ਗੁਰਮਤ ਦੇ ਵਿੱਚ, ਤਾਂ ਕਿ ਉਹ ਵੱਡੇ ਹੋ ਕੇ ਕਿਸੇ ਇਸ ਤਰ੍ਹਾਂ ਦਾ ਸਾਹਮਣਾ ਨਾ ਕਰ ਸਕਣ। ਕਿਉਂਕਿ ਜਿਹੜੇ ਚੰਗੇ ਗੁਣ ਹੁੰਦੇ ਨੇ ਉਹ ਸਿੱਖਣੇ ਪੈਂਦੇ ਨੇ ਜਾ ਕੇ, ਜਿਹੜੇ ਮਾੜੇ ਗੁਣ ਹੁੰਦੇ ਨੇ ਉਹ ਆਟੋਮੈਟਿਕਲੀ ਬੱਚੇ ਸਿੱਖ ਲੈਂਦੇ ਨੇ, ਉਹਨਾਂ ਨੂੰ ਸਿੱਖਣਾ ਨਹੀਂ ਪੈਂਦਾ। ਕਿਤੇ ਵੀ ਜਾਂਦੇ ਨੇ ਆਟੋਮੈਟਿਕਲੀ ਉਹਨਾਂ ਨੂੰ ਮਾੜੇ ਗੁਣ ਉਹਨਾਂ ਦੇ ਵਿੱਚ ਆ ਜਾਂਦੇ ਨੇ। ਇਸ ਕਰਕੇ ਚੰਗੇ ਗੁਣਾਂ ਨੂੰ ਸਿੱਖਣ ਦੇ ਵਾਸਤੇ ਸਾਨੂੰ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਗੁਰਮਤ ਦੀਆਂ ਕਲਾਸਾਂ ਦੇ ਵਿੱਚ ਜਾਂਦੇ ਹਾਂ, ਗੁਰਮਤ ਦੇ ਸਿਧਾਂਤਾਂ ਨੂੰ ਲੈਣ ਵਾਸਤੇ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਜਾਂਦੇ ਹਾਂ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਸਿਧਾਂਤ ਸਿਖਾਏ ਜਾਂਦੇ ਨੇ। ਇਹਨਾਂ ਗੁਰਮਤ ਕੈਂਪਾਂ ਦੇ ਵਿੱਚ ਬੱਚਿਆਂ ਨੂੰ, ਜਿਨ੍ਹਾਂ ਨੂੰ ਊੜੇ ਅੜੇ ਦਾ ਗਿਆਨ ਵੀ ਨਹੀਂ, ਉਹਨਾਂ ਦੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਗੁਰਮੁਖੀ ਅੱਖਰੀ ਬੋਧ ਦੀ ਕਿਤਾਬ ਡਿਜ਼ਾਈਨ ਕੀਤੀ ਗਈ ਹੈ, ਜਿਸ ਦੇ ਵਿੱਚ ਬੱਚੇ ਊੜੇ ਅੜੇ ਤੋਂ ਆਪਣੀ ਗੁਰਮਤ ਦੀ ਵਿਦਿਆ ਸਿੱਖਣੀ ਸ਼ੁਰੂ ਕਰ ਸਕਦੇ ਨੇ। ਇਸ ਦੇ ਵਿੱਚ ਜੋ ਊੜੇ ਤੋਂ 35 ਅੱਖਰੀ ਸ਼ੁਰੂ ਕੀਤੀ ਗਈ ਹੈ, ਹਰ ਅੱਖਰ ਦਾ 35 ਅੱਖਰੀ ਦਾ ਜੋ ਬੋਧ ਗਿਆਨ ਆ ਉਹਨੂੰ ਗੁਰਮਤ ਦੇ ਨਾਲ ਜੋੜ ਕੇ ਅਸੀਂ ਡਿਜ਼ਾਈਨ ਕੀਤਾ, ਤਾਂ ਕਿ ਅਸੀਂ ਊੜੇ ਤੋਂ ਊਂਠ ਨਾ ਪੜ੍ਹਾਈਏ, ਊੜੇ ਤੋਂ ਉਦਾਸੀ ਪੜ੍ਹਾਈਏ, ਊੜੇ ਤੋਂ ਓਂਕਾਰ ਪੜ੍ਹਾਈਏ, ਤਾਂ ਕਿ ਬੱਚਿਆਂ ਨੂੰ ਉਸ ਅੱਖਰ ਦੇ ਨਾਲ ਹੀ ਪਤਾ ਚੱਲ ਜਾਵੇ ਸਾਡੇ ਸਿਧਾਂਤ ਕੀ ਸੀ ਤੇ ਸਾਡਾ ਇਤਿਹਾਸ ਕੀ ਸੀ, ਸਾਡਾ ਵਿਰਸਾ ਕੀ ਸੀ। ਅਗਰ ਅਸੀਂ ਐੜਾ ਪੜ੍ਹਾਉਂਦੇ ਹਾਂ ਤੇ ਐੜੇ ਤੋਂ ਅਸੀਂ ਅਨਾਰ ਨਾ ਪੜ੍ਹਾ ਕੇ ਐੜੇ ਤੋਂ ਅਸੀਂ ਅਰਦਾਸ ਪੜ੍ਹਾਵਾਂਗੇ, ਤਾਂ ਆਟੋਮੈਟਿਕਲੀ ਜਦੋਂ ਐੜਾ ਬੋਲੇਗਾ ਤਾਂ ਉਹਦੇ ਦਿਮਾਗ 'ਚ ਅਰਦਾਸ ਦੀ ਫਿਲਮ ਬਣੇਗੀ।
ਤੇ ਇਸ ਦੇ ਨਾਲ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਕਦੇ ਨੇ। ਇੱਕ ਐਕਸਰਸਾਈਜ਼ ਬੁੱਕ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਅੱਗੇ ਬੱਚੇ ਰਾਈਟਿੰਗ ਵੀ ਕਰ ਸਕਦੇ ਨੇ, ਡਰਾਇੰਗ ਵੀ ਕਰ ਸਕਦੇ ਨੇ, ਜਿਹਦੇ ਨਾਲ ਬੱਚਿਆਂ ਨੂੰ ਦੇ ਗਿਆਨ ਵਿੱਚ ਬਹੁਤ ਵਾਧਾ ਹੋਵੇਗਾ। ਜਿਹੜੇ ਬੱਚੇ ਇਸ ਪੜਾਅ ਨੂੰ ਪਾਰ ਕਰ ਜਾਣਗੇ ਉਹਨਾਂ ਦੇ ਵਾਸਤੇ ਸਿੱਖੀ ਦੀ ਸਿੱਖਿਆ ਵਾਲੀ ਬੁੱਕ ਡਿਜ਼ਾਈਨ ਕੀਤੀ ਗਈ ਹੈ। ਇਸ ਬੁੱਕ ਦੇ ਵਿੱਚ ਜੋ ਮੁੱਢਲੀ ਜਾਣਕਾਰੀ ਜੋ ਪਿੱਛੇ ਵੀਡੀਓਆਂ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਕਈ ਵੱਡੀ ਉਮਰਾਂ ਦੇ ਬੰਦਿਆਂ ਨੂੰ ਵੀ ਸੰਗਤਾਂ ਨੂੰ ਪੰਜਾਂ ਪਿਆਰਿਆਂ ਦੇ ਨਾਂ ਤੱਕ ਨਹੀਂ ਪਤਾ, 4 ਸਾਹਿਬਜ਼ਾਦਿਆਂ ਦੇ ਨਾਂ ਤੱਕ ਨਹੀਂ ਪਤਾ ਸੀ। ਉਹ ਇਸ ਬੁੱਕ ਨੂੰ ਪੜ੍ਹਨਗੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋਵੇਗਾ। ਇਹ ਬੁੱਕ ਦੇ ਲਈ ਅਸੀਂ ਸਾਰੀਆਂ ਸੰਗਤਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਇਸ ਬੁੱਕ ਨੂੰ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਰੱਖੋ, ਆਪਣੀਆਂ ਗੱਡੀਆਂ ਦੇ ਵਿੱਚ ਰੱਖੋ, ਜਿੱਥੇ ਆਪਣੇ ਆਫਿਸ ਦੇ ਵਿੱਚ ਰੱਖੋ, ਦਿਨ ਵਿੱਚ ਖੋਲ੍ਹ ਕੇ ਇਸ ਨੂੰ ਪੜ੍ਹੋ ਤਾਂ ਕਿ ਤੁਹਾਨੂੰ ਇਹ ਸਾਡੇ ਗੁਰੂ ਸਾਹਿਬਾਂ ਦੇ ਦਿੱਤੇ ਸਿਧਾਂਤ, ਉਹਨਾਂ ਦੀਆਂ ਦੱਸੀਆਂ ਕੁਰਬਾਨੀਆਂ, ਸਾਡੇ ਪੰਜਾਂ ਪਿਆਰਿਆਂ ਦੇ ਨਾਮ, ਮੁੱਢਲੀ ਜਾਣਕਾਰੀ ਸਿੱਖ ਨੂੰ ਹੋਣੀ ਚਾਹੀਦੀ ਹੈ, ਉਹ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਵੇ। ਜਿਹੜੇ ਇਸ ਪੜਾਅ ਨੂੰ ਵੀ ਪਾਰ ਕਰ ਲੈਣਗੇ ਉਹਨਾਂ ਦੇ ਵਾਸਤੇ 10 ਪਾਤਸ਼ਾਹੀਆਂ ਦਾ ਸੰਖੇਪ ਇਤਿਹਾਸ ਉਹ ਇਸ ਬੁੱਕ ਦੇ ਵਿੱਚ ਡਿਜ਼ਾਈਨ ਕੀਤਾ ਗਿਆ। ਇਹਨਾਂ ਬੁੱਕਾਂ ਨੂੰ ਇਹ 3 ਲੈਵਲ ਪਾਰ ਕਰਕੇ ਜਿਹੜੇ ਇਹਨਾਂ 3 ਲੈਵਲ ਨੂੰ ਪਾਰ ਕਰ ਲੈਣਗੇ ਉਹਨਾਂ ਦੇ ਵਾਸਤੇ ਅਗਲਾ ਪੜਾਅ ਹੈ ਗੁਰਬਾਣੀ ਕੰਠ ਕਰਨਾ, ਜਪਜੀ ਸਾਹਿਬ ਦੀ ਬਾਣੀ ਕੰਠ ਕਰਨਾ, ਚੌਪਈ ਸਾਹਿਬ ਦੀ ਬਾਣੀ ਕੰਠ ਕਰਨਾ। ਜਿਹੜੇ ਉਸ ਤੋਂ ਅੱਗੇ ਜਾਣਗੇ ਫਿਰ ਤੇ ਗਿਆਨ ਦਾ ਸਾਗਰ ਹੈ ਗੁਰੂ ਸਾਹਿਬ। ਜਿੰਨੀ ਆਪਾਂ ਇਹਦੇ 'ਚ ਡੁਬਕੀ ਲਾਵਾਂਗੇ ਉਹਨਾਂ ਗਿਆਨ ਦੇ ਵਿੱਚ ਸਾਡੇ ਵਾਧਾ ਹੋਵੇਗਾ। ਪਿਛਲੇ ਸਾਲ ਜੋ 2022 ਦੇ ਵਿੱਚ ਗੁਰਮਤ ਕੈਂਪ ਡਿਜ਼ਾਈਨ ਕੀਤੇ ਗਏ ਸੀਗੇ ਤੇ ਬੱਚਿਆਂ ਦਾ ਉਹਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲਿਆ। 4000 ਬੱਚਿਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੋ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਸੀ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 47 ਜਗ੍ਹਾ ਤੇ ਕੈਂਪ ਲੱਗੇ ਸੀ ਪਹਿਲੀ ਵਾਰ ਦੇ ਵਿੱਚ, ਤੇ ਦਿੱਲੀ ਦੇ ਵਿੱਚ 47 ਜਗ੍ਹਾ ਤੇ ਕੈਂਪ ਲੱਗੇ ਜਿਹਦੇ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕਾਂ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ, ਬੱਚਿਆਂ ਨੂੰ ਗੁਰਬਾਣੀ ਦੀ ਵਿੱਦਿਆ ਦੇਣੀ ਕੀਤੀ। ਉੱਥੇ ਵੱਖ-ਵੱਖ ਸੰਸਥਾਵਾਂ ਨੇ ਵੀ ਉਪਰਾਲੇ ਆਲਰੇਡੀ ਪਹਿਲਾਂ ਤੋਂ ਕਰਦੀਆਂ ਨੇ, ਉਹਨਾਂ ਦਾ ਵੀ ਬੜਾ ਸਹਿਯੋਗ ਮਿਲਿਆ। ਵੋਲੰਟੀਅਰਸ ਨੇ ਜਾ ਕੇ ਆਪਣੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ, ਜਿਨ੍ਹਾਂ ਨੂੰ ਇਹ ਗਿਆਨ ਆਲਰੇਡੀ ਹੈਗਾ ਵੱਡਿਆਂ ਨੂੰ, ਉਹਨਾਂ ਨੇ ਜਾ ਕੇ ਆਪਣੇ ਐਜ਼ ਏ ਟੀਚਰ ਐਜ਼ ਏ ਅਧਿਆਪਕ ਜਾ ਕੇ ਬੱਚਿਆਂ ਨੂੰ ਸਿਖਾਉਣਾ ਕੀਤਾ। ਉਹਨਾਂ ਦਾ ਵੀ ਬੜਾ ਸਹਿਯੋਗ ਮਿਲਿਆ। ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ। ਉਸ ਉਤਸ਼ਾਹ ਨੂੰ ਵੇਖਦਿਆਂ ਐਤਕੀ ਜੋ ਕੈਂਪ ਲਗਾਏ ਜਾ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਐਤਕੀ 70 ਜਗ੍ਹਾ ਤੇ ਕੈਂਪ ਲੱਗ ਰਹੇ ਨੇ, ਜਸਟ ਡਬਲ। ਬੱਚਿਆਂ ਦਾ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। 70 ਜਗ੍ਹਾ ਤੇ ਕੈਂਪ ਲੱਗਣਗੇ। ਵੋਲੰਟੀਅਰਸ ਬਹੁਤ ਉਤਸ਼ਾਹ ਦੇ ਨਾਲ ਇਹਦੇ ਵਿੱਚ ਆ ਕੇ ਸਾਡਾ ਸਹਿਯੋਗ ਕਰ ਰਹੇ ਨੇ। ਸਹਿਯੋਗੀ ਸੰਸਥਾਵਾਂ ਵੀ ਬਹੁਤ ਸਹਿਯੋਗ ਕਰ ਰਹੀਆਂ ਨੇ। ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਇੱਕ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੀ ਦਿੱਲੀ ਦੇ ਵੋਲੰਟੀਅਰਸ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਆਲਰੇਡੀ ਗੁਰਮੁਖੀ ਆਉਂਦੀ ਹੈ, ਗੁਰਬਾਣੀ ਦਾ ਗਿਆਨ ਰੱਖਦੇ ਨੇ, ਇਹ ਮੁੱਢਲੀ ਜਾਣਕਾਰੀ ਆਲਰੇਡੀ ਉਹਨਾਂ ਨੂੰ ਹੈਗੀ ਹੈ, ਤੇ ਆਓ ਆਪਾਂ ਸਾਰੇ ਮਿਲ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਇਸ ਕੈਂਪ ਨੂੰ ਲਗਾ ਕੇ ਇਸ ਗਿਆਨ ਨੂੰ, ਇਸ ਗੁਰਬਾਣੀ ਦੀ ਸੰਥਿਆ ਨੂੰ ਆਪਾਂ ਘਰ ਘਰ ਤੱਕ ਪਹੁੰਚਾਈਏ ਤੇ ਬੱਚਿਆਂ ਨੂੰ ਸਿਖਾਈਏ। ਇਸ ਤੋਂ ਇਲਾਵਾ ਇੱਕ ਜਾਣਕਾਰੀ ਹੋਰ ਦੇਣਾ ਚਾਹੁੰਦੇ ਹਾਂ ਕਿ ਬੱਚਿਆਂ ਦੇ ਵਿੱਚ ਚੇਤਨਤਾਈ ਐਕਸਾਈਟਮੈਂਟ ਭਰਨ ਦੇ ਵਾਸਤੇ ਜਿੱਥੇ ਬੱਚੇ 20 ਦਿਨ ਇਹਨਾਂ ਕੈਂਪਾਂ ਦੇ ਵਿੱਚ ਇਸ ਵਿੱਦਿਆ ਲੈਣਗੇ, ਹਰ ਐਤਵਾਰ ਨੂੰ 25 ਤਰੀਕ ਤੱਕ ਜਿੰਨੇ ਵੀ ਐਤਵਾਰ ਸਾਡੇ ਕੋਲ ਆਉਣਗੇ 3 ਜਾਂ 4, ਉਹਨਾਂ ਦੇ ਵਿੱਚ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ, ਉਹਨਾਂ ਨਾਲ ਸਲਾਹ ਕਰਕੇ ਅਸੀਂ ਇੱਕ ਮੈਰਾਥਨ ਵੀ ਪਲਾਨ ਕਰ ਰਹੇ ਹਾਂ ਦਿੱਲੀ ਦੇ 3 ਜ਼ੋਨਾਂ ਦੇ ਵਿੱਚ, ਈਸਟ, ਵੈਸਟ ਔਰ ਨਾਰਥ ਦੇ ਵਿੱਚ। ਉਹਦੇ ਵਿੱਚ ਵੀ ਬੱਚਿਆਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਸੰਡੇ ਸਵੇਰੇ ਅਸੀਂ ਉਹਦਾ ਟਾਈਮਿੰਗ ਤੁਹਾਨੂੰ ਭੇਜ ਦਿਆਂਗੇ, ਉਹਦੇ ਵਿੱਚ ਵੀ ਸਾਰਿਆਂ ਨੇ ਹਿੱਸਾ ਲੈਣਾ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰਮਤ ਮਾਰਗ ਦਾ ਪਾਂਧੀ ਬਣਨਾ ਹੈ ਤਾਂ ਉਸ ਨੂੰ ਗੁਰਮਤ ਦੀ ਸਿੱਖਿਆ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਉੱਤਮ ਸਿੱਖਿਆ ਦਿੱਤੀ ਹੈ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮੈਂ ਬਚਪਨ ਵਿੱਚ ਪੜ੍ਹਦਾ ਸੀ ਆਪਣੇ ਉਸਤਾਦਾਂ ਤੋਂ ਕਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਮਤ ਦੇ ਕੈਂਪ ਖੰਡੂਰ ਸਾਹਿਬ ਵਿੱਚ ਲਾਉਂਦੇ ਸੀ। ਸਿੱਖੀ ਦੇ ਵਿੱਚ ਸਭ ਤੋਂ ਪਹਿਲਾਂ ਗੁਰਮਤ ਦੇ ਕੈਂਪਾਂ ਦੀ ਆਰੰਭਤਾ ਉਹ ਗੁਰੂ ਅੰਗਦ ਸਾਹਿਬ ਜੀ ਨੇ ਖੰਡੂਰ ਸਾਹਿਬ ਦੀ ਧਰਤੀ 'ਤੇ ਕੀਤੀ। ਬਾਲ ਬੋਧ ਬੱਚਿਆਂ ਵਾਸਤੇ ਤਿਆਰ ਕਰਕੇ ਉੱਥੇ ਉਹਨਾਂ ਵਾਸਤੇ ਮੱਲ ਅਖਾੜੇ ਕਾਇਮ ਕੀਤੇ ਅਤੇ ਹਰ ਤਰੀਕੇ ਦੀ ਜਿੱਥੇ ਗੁਰਮਤ ਦੀ ਟ੍ਰੇਨਿੰਗ, ਉੱਥੇ ਫਿਜ਼ੀਕਲ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਹੈ। ਸੋ ਉੱਥੋਂ ਪ੍ਰੇਰਨਾ ਮਿਲੀ ਅਤੇ ਬਚਪਨ ਵਿੱਚ ਜਦੋਂ ਅਸੀਂ ਕੈਂਪ ਲਾਉਂਦੇ ਸੀਗੇ, ਆਪਣੇ ਉਸਤਾਦਾਂ ਤੋਂ ਪੜ੍ਹਦੇ ਸੀ, ਤਾਂ ਇੱਕ ਕਵਿਤਾ ਮੇਰੇ ਜ਼ਿਹਨ ਵਿੱਚ ਬਹਿ ਗਈ ਕਿ ਅਸੀਂ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ, ਗੁਰਮਤ ਸਿੱਖ ਕੇ ਅਸਾਂ ਸਿਖਾਉਣੀ, ਅੰਮ੍ਰਿਤ ਧਾਰੀ ਕੌਮ ਬਣਾਉਣੀ।
ਉੱਥੋਂ ਮੈਂ ਫਿਰ ਤੁਰ ਪਿਆ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਾਸਤੇ। ਸੋ ਕਈ ਸਾਲ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜਿਹੜਾ ਬੱਚਿਆਂ ਨੂੰ ਪੰਜਾਬੀ ਪੜ੍ਹਾਈ, ਨਿਤਨੇਮ ਦੀ ਸੰਥਿਆ ਕਰਾਈ। ਉਸ ਤੋਂ ਬਾਅਦ ਜਦੋਂ ਮੈਨੂੰ ਸੇਵਾ ਪ੍ਰਾਪਤ ਹੋਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਹੈੱਡ ਗ੍ਰੰਥੀ, ਤੇ ਫਿਰ ਯਤਨ ਕੀਤਾ ਗਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਨਾਲ ਰਲ ਕੇ ਇਸ ਮੁਹਿੰਮ ਨੂੰ, ਗੁਰਮਤਿ ਪ੍ਰਚਾਰ ਦੀ ਨੂੰ ਅੱਗੇ ਤੋਰਿਆ ਜਾਏ। ਅੱਜ ਜਿੱਥੇ ਮੈਨੂੰ ਧਰਮ ਪ੍ਰਚਾਰ ਕਮੇਟੀ ਦਾ ਪੂਰਨ ਸਹਿਯੋਗ ਮਿਲ ਰਿਹਾ ਔਰ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਕਾਲਕਾ ਜੀ, ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਜੀ, ਸਾਡੇ ਚੇਅਰਮੈਨ ਸਾਹਿਬ ਅਤੇ ਸਕੱਤਰ ਸਾਹਿਬ ਸਰਦਾਰ ਜਗਦੀਪ ਸਿੰਘ ਜੀ ਕਾਲੋਂ, ਸੋ ਇਹਨਾਂ ਨੇ ਕਿਹਾ ਵੀ ਗਿਆਨੀ ਜੀ ਜੋ ਲਿਟਰੇਚਰ ਗੁਰਮਤਿ ਦਾ ਚਾਹੀਦਾ ਉਹ ਤੁਸੀਂ ਤਿਆਰ ਕਰੋ। ਇਹ ਲਿਟਰੇਚਰ ਜਿਹੜਾ ਤੁਸੀਂ ਵੇਖ ਰਹੇ ਹੋ ਅਸੀਂ ਪਿਛਲੇ ਸਾਲ ਤੋਂ ਲੱਗ ਕੇ ਤਿਆਰ ਕੀਤਾ ਹੈਗਾ। ਸੋ ਇਹ ਕਿਤਾਬਾਂ ਮੁੱਢਲੀਆਂ ਨੇ, ਹਜੇ ਇਹ ਬਹੁਤ ਮੁੱਢਲੀ ਜਾਣਕਾਰੀ ਹੈ ਤਾਂ ਕਿ ਇਹ ਮੁੱਢਲੀ ਜਾਣਕਾਰੀ ਹਰ ਕੌਮ ਦੇ ਬੱਚੇ ਕੋਲ ਪੁੱਜੇ। ਇਹਦੇ ਨਾਲ ਨਾਲ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੈ ਉਹ ਹਰ ਇੱਕ ਸਿੱਖ ਨੂੰ ਜਿਹੜਾ ਅਸੀਂ ਪੜ੍ਹਾ ਸਕੀਏ। ਕਿਵੇਂ ਜਿਹੜਾ ਹੈ ਉਹ ਸਿੱਖ ਦੀ ਜੀਵਨ ਦੀ ਰੋਹ ਰੀਤ ਹੋਣੀ ਚਾਹੀਦੀ ਹੈ, ਸਿੱਖ ਨੇ ਜੀਵਨ ਕਿਵੇਂ ਜੀਣਾ ਹੈ। 4 ਸੰਸਕਾਰਾਂ ਦੀ ਜਿਵੇਂ ਗੱਲ ਹੈਗੀ ਆ, ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਘਰਾਂ ਵਿੱਚੋਂ ਗੁਰਮਤਿ ਜਿਹੜੀ ਹੈ ਉਹ ਮਨਫੀ ਹੋ ਜਾਂਦੀ ਹੈ। ਸੋ ਜਦੋਂ ਅਸੀਂ ਆਪਣੇ ਬੱਚਿਆਂ ਨੂੰ 4 ਸੰਸਕਾਰਾਂ ਬਾਰੇ ਪੜ੍ਹਾ ਦਿਆਂਗੇ ਗੁਰਮਤਿ ਕੈਂਪ ਦੇ ਵਿੱਚ, ਤੇ ਉਹਨਾਂ ਨੂੰ ਪਤਾ ਲੱਗੇਗਾ ਕਿਵੇਂ ਇਹ ਰੋਲ ਨਿਭਾਉਣਾ। ਇਹਦੇ ਵਿੱਚ ਹੁਣ ਸਾਨੂੰ ਜਿਹੜਾ ਹੈ ਉਹ ਨਾਲ ਦੀ ਨਾਲ ਜਿੰਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਸੇਵਾਵਾਂ ਨਿਭਾਉਂਦੇ ਨੇ ਸਿੰਘ ਸਾਹਿਬਾਨ, ਪ੍ਰਚਾਰਕ ਸਾਹਿਬਾਨ, ਗ੍ਰੰਥੀ ਸਾਹਿਬਾਨ, ਸਾਰਿਆਂ ਨੇ ਜਿਹੜਾ ਭਰਵਾਂ ਹੁੰਗਾਰਾ ਦਿੱਤਾ ਔਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਖੜੇ ਨੇ ਕਿ ਗੁਰਮਤਿ ਦੀ ਜਿਹੜੀ ਗੱਲ ਹੈ ਉਹ ਘਰ ਘਰ ਤੱਕ ਪਹੁੰਚਾ ਸਕੀਏ। ਸੋ ਪੂਰੀ ਧਰਮ ਪ੍ਰਚਾਰ ਕਮੇਟੀ ਸਾਡੀ ਜਿਹੜੀ ਹੈ ਉਹ ਸਾਨੂੰ ਪ੍ਰਚਾਰ ਵਾਸਤੇ ਖੁੱਲ੍ਹ ਦੇ ਰਹੀ ਹੈ। ਚੇਅਰਮੈਨ ਸਾਹਿਬ ਨੇ ਕਿਹਾ ਵੀ ਜਿੱਥੇ ਵੀ 70 ਕੈਂਪ ਲੱਗ ਰਹੇ ਨੇ ਉੱਥੇ ਹਰ ਥਾਂ ਤੇ ਜਿਹੜਾ ਸਾਡੇ ਪ੍ਰਚਾਰਕ ਪੁੱਜਣਗੇ ਅਤੇ ਬੱਚਿਆਂ ਨੂੰ ਗੁਰਮਤਿ ਦਾ ਜਿਹੜਾ ਸੰਦੇਸ਼ ਹੈ ਉਹ ਦੇਣਗੇ। ਤੇ ਉੱਥੇ ਨਾਲ ਨਾਲ ਬਹੁਤ ਸਾਰੀਆਂ ਭੈਣਾਂ, ਵੀਰ ਭਰਾ ਜਿਨ੍ਹਾਂ ਨੂੰ ਗੁਰਮਤਿ ਸਿੱਖੀ ਹੋਈ ਹੈ, ਪੰਜਾਬੀ ਆਉਂਦੀ ਹੈ, ਉਹ ਵੀ ਨਾਲ ਜਿਹੜਾ ਸੇਵਾ ਕਰਦੇ ਨੇ। ਸੋ ਇਸ ਤਰ੍ਹਾਂ ਇਹ ਗੁਰਮਤਿ ਦੇ ਕੈਂਪਾਂ ਦਾ ਜਿਹੜਾ ਕਾਰਜ ਹੈ ਉਹ ਨਿਸ਼ਕਾਮ ਤੌਰ 'ਤੇ ਇਹਦੇ ਵਿੱਚ ਵੱਡੀ ਗੱਲ ਹੈ ਕਿ ਸਾਰੇ ਆਪਣਾ ਦਸਵੰਧ ਜਿਹੜਾ ਸਮੇਂ ਦਾ ਦੇ ਰਹੇ ਨੇ ਅਤੇ ਨਿਸ਼ਕਾਮ ਤੌਰ 'ਤੇ ਸਾਰੇ ਇਸ ਸੇਵਾ ਵਿੱਚ ਜੁਟ ਗਏ ਨੇ।